ਸਤਿਗੁਰੂ ਤੇਗ ਬਹਾਦਰ ਜੀ ਨੂੰ ਪੰਜਾਬ ਗਿਆਂ ਲਗਭਗ 1 ਸਾਲ ਹੋ ਗਿਆ ਸੀ, ਪਰ ਅਜੇ ਤੱਕ ਉਹਨਾਂ ਵੱਲੋਂ ਸਾਹਿਬਜ਼ਾਦੇ ਨੂੰ ਅਤੇ ਪਰਿਵਾਰ ਨੂੰ ਪੰਜਾਬ ਆਉਣ ਵਾਸਤੇ ਕੋਈ ਸੁਨੇਹਾ ਨਹੀਂ ਸੀ ਆਇਆ। ਇਸ ਕਰਕੇ ਸਾਹਿਬਜ਼ਾਦਾ ਜੀ ਮਾਤਾ ਨਾਨਕੀ ਜੀ ਨਾਲ ਸਲਾਹਾਂ ਕਰਦੇ ਰਹਿੰਦੇ ਸਨ ਕਿ ਅਸੀਂ ਹੁਣ ਛੇਤੀ ਤੋਂ ਛੇਤੀ ਪੰਜਾਬ ਜਾਣਾ ਚਾਹੁੰਦੇ ਹਾਂ, ਪਰ ਅਜੇ ਤੱਕ ਪਿਤਾ ਜੀ ਵੱਲੋਂ ਸਾਨੂੰ ਕੋਈ ਸੁਨੇਹਾ ਨਹੀਂ ਆਇਆ। ਪਿਤਾ ਜੀ ਕਹਿੰਦੇ ਸਨ ਕਿ ਪੰਜਾਬ ਦਾ ਹਾਲ ਚਾਲ ਵੇਖ ਕੇ ਅਸੀਂ ਤੁਹਾਨੂੰ ਛੇਤੀ ਹੀ ਪੰਜਾਬ ਆਉਣ ਵਾਸਤੇ ਸੱਦ ਲਵਾਂਗੇ, ਪਰ ਕੀ ਕਾਰਨ ਹੈ ਕਿ ਅਜੇ ਤੱਕ ਕਿਉਂ ਨਹੀਂ ਸੱਦਿਆ। ਮਾਤਾ ਨਾਨਕੀ ਜੀ ਨੇ ਸਮਝਾਇਆ ਕਿ ਪੰਜਾਬ ਦੇਸ਼ ਵਿੱਚ ਬੜੇ ਝਗੜੇ ਹਨ, ਉੱਥੇ ਸਾਡਾ ਸ਼ਰੀਕ ਬੜਾ ਈਰਖਾਵਾਦੀ ਹੋਣ ਕਰਕੇ ਦੁਖਦਾਈ ਹੈ। ਇੱਥੇ ਅਸੀਂ ਬੜੇ ਸੁੱਖ ਸ਼ਾਂਤੀ ਨਾਲ ਵਸ ਰਹੇ ਹਾਂ। ਜਦ ਤੱਕ ਤੁਸੀਂ ਸਿਆਣੇ ਨਾ ਹੋ ਜਾਵੋ, ਸਾਡਾ ਇੱਥੇ ਰਹਿਣਾ ਹੀ ਚੰਗਾ ਹੈ। ਇੱਥੋਂ ਦੀ ਸੰਗਤ ਸ਼ਰਧਾਵਾਨ ਹੈ, ਮਸੰਦ ਸਾਡੀ ਹਰ ਪ੍ਰਕਾਰ ਦੀ ਆਗਿਆ ਮੰਨਦੇ ਅਤੇ ਕਾਰ ਭੇਟ ਇਕੱਠੀ ਕਰਕੇ ਭੇਜਦੇ ਹਨ। ਸਾਨੂੰ ਪੰਜਾਬ ਜਾਣ ਦੀ ਵਿਚਾਰ ਨਹੀਂ ਕਰਨੀ ਚਾਹੀਦੀ। ਗੁਰੂ ਜੀ ਨੇ ਕਿਹਾ, ਮਾਤਾ ਜੀ, ਇੱਧਰ ਦੇ ਲੋਕ ਸਵਾਰਥੀ ਹਨ। ਜੇ ਕੰਮ ਹੋਵੇ ਤਾਂ ਸ਼ਰਧਾ ਧਾਰ ਲੈਂਦੇ ਹਨ, ਪਰ ਜੇ ਕੋਈ ਕੰਮ ਨਾ ਹੋਵੇ ਤਾਂ ਨੇੜੇ ਨਹੀਂ ਆਉਂਦੇ ਅਤੇ ਮਸੰਦ ਬੇਈਮਾਨ ਹਨ। ਇਹਨਾਂ ਤੇ ਭਰੋਸਾ ਠੀਕ ਨਹੀਂ ਹੈ। ਇਹ ਗੁਰੂ ਕੀ ਕਾਰ ਭੇਟ ਇਕੱਠੀ ਕਰਕੇ ਬਹੁਤੀ ਆਪ ਖਾ ਜਾਂਦੇ ਹਨ ਅਤੇ ਥੋੜੀ ਨਾਮ ਮਾਤਰ ਸਾਨੂੰ ਭੇਜ ਦਿੰਦੇ ਹਨ। ਸਾਹਿਬਜ਼ਾਦੇ ਦੀ ਗੱਲ ਸੁਣ ਕੇ ਮਾਤਾ ਜੀ ਨੇ ਆਖਿਆ, ਬੇਟਾ, ਮਸੰਦ ਬੜੇ ਇਮਾਨਦਾਰ ਹਨ, ਕਾਰ ਭੇਟ ਵਿੱਚ ਕੋਈ ਬੇਈਮਾਨੀ ਨਹੀਂ ਕਰਦੇ। ਤਦ ਗੁਰੂ ਜੀ ਨੇ ਮਸੰਦਾਂ ਦੀ ਬੇਈਮਾਨੀ ਮਾਤਾ ਜੀ ਨੂੰ ਦੱਸਣ ਵਾਸਤੇ ਢਾਕੇ ਦੇ ਇੱਕ ਮੁਖੀ ਮਸੰਦ ਬੁਲਾਕੀ ਦਾਸ ਨੂੰ ਹੁਕਮ ਭੇਜਿਆ ਕਿ ਸਾਡੇ ਵਾਸਤੇ ਇੱਕ ਸੁੰਦਰ ਪਾਲਕੀ ਜਿਸ ਨੂੰ 700 ਤੋਲਾ ਸੋਨਾ ਲੱਗਾ ਹੋਵੇ ਬਣਵਾ ਕੇ ਸ਼ੀਘਰ ਹੀ ਭੇਜੋ। ਬੁਲਾਕੀ ਦਾਸ ਨੇ ਇਸ ਹੁਕਮ ਅਨੁਸਾਰ ਬੜੀ ਸੁੰਦਰ ਪਾਲਕੀ ਬਣਵਾ ਕੇ ਸਾਹਿਬਜ਼ਾਦੇ ਨੂੰ ਪਟਨੇ ਭੇਜ ਦਿੱਤੀ। ਪਾਲਕੀ ਵੇਖ ਕੇ ਮਾਤਾ ਜੀ ਨੇ ਕਿਹਾ, ਬੇਟਾ, ਤੁਸੀਂ ਵੇਖ ਲਿਆ ਹੈ ਕਿ ਇਹ ਮਸੰਦ ਕਿਤਨੇ ਚੰਗੇ ਤੇ ਆਗਿਆਕਾਰ ਹਨ। ਤੁਹਾਡੇ ਹੁਕਮ ਦੀ ਪਾਲਣਾ ਇਹਨਾਂ ਨੇ ਕਿਤਨੀ ਛੇਤੀ ਕੀਤੀ ਹੈ। ਮਾਤਾ ਜੀ ਨੂੰ ਮਸੰਦਾਂ ਦੀ ਬੇਈਮਾਨੀ ਪ੍ਰਗਟ ਕਰਨ ਵਾਸਤੇ ਆਪ ਜੀ ਨੇ ਇੱਕ ਦਿਨ ਬਹੁਤ ਸਾਰੀਆਂ ਲੱਕੜਾਂ ਮੰਗਵਾ ਕੇ ਉਹਨਾਂ ਉੱਤੇ ਉਹ ਸੁੰਦਰ ਪਾਲਕੀ ਰੱਖ ਕੇ ਅੱਗ ਲਵਾ ਕੇ ਸਾੜ ਦਿੱਤੀ। ਉਪਰੰਤ ਸੜੀ ਹੋਈ ਪਾਲਕੀ ਦੀ ਸੁਆਹ ਨੂੰ ਸਾਫ਼ ਕਰਕੇ ਉਸ ਵਿੱਚੋਂ ਸੋਨਾ ਵੱਖ ਕਰਕੇ ਜਦ ਤੁਲਾਇਆ ਗਿਆ ਤਾਂ ਕੇਵਲ 70 ਤੋਲੇ ਹੀ ਨਿਕਲਿਆ ਤੇ ਬਾਕੀ 630 ਤੋਲੇ ਪਿੱਤਲ ਨਿਕਲਿਆ। ਆਪ ਜੀ ਨੇ ਮਾਤਾ ਜੀ ਨੂੰ ਦੱਸਿਆ ਕਿ ਇਹ ਤੁਹਾਡਾ ਸਭ ਤੋਂ ਵੱਡਾ ਤੇ ਤਬਾਰੀ ਮਸੰਦ ਹੈ, ਜਿਸ ਨੇ ਗੁਰੂ ਕੀ ਕਾਰ ਭੇਟ ਵਿੱਚੋਂ 700 ਤੋਲੇ ਦਾ ਮੁੱਲ ਕੱਟ ਕੇ ਪਾਲਕੀ ਨੂੰ ਕੇਵਲ 10ਵਾਂ ਹਿੱਸਾ 70 ਤੋਲੇ ਹੀ ਲਾਇਆ ਹੈ। ਇਹ ਮਸੰਦ ਵੱਡੇ ਬੇਈਮਾਨ ਹਨ, ਇਹਨਾਂ ਤੇ ਭਰੋਸਾ ਕਰਨਾ ਠੀਕ ਨਹੀਂ ਹੈ। ਇਸ ਤਰ੍ਹਾਂ ਸਾਹਿਬਜ਼ਾਦਾ ਜੀ ਪੰਜਾਬ ਜਾਣ ਵਾਸਤੇ ਨਿੱਤਾ ਪ੍ਰਤੀ ਮਾਤਾ ਜੀ ਨੂੰ ਜ਼ੋਰ ਦੇ ਰਹੇ ਸਨ, ਪਰ ਮਾਤਾ ਜੀ ਪੰਜਾਬ ਤੋਂ ਸਤਿਗੁਰ ਸਾਹਿਬ ਦੀ ਚਿੱਠੀ ਉਡੀਕ ਰਹੇ ਸਨ ਕਿ ਜਦ ਤੱਕ ਉਹ ਆਗਿਆ ਨਾ ਕਰਨ ਸਾਡਾ ਪਟਨੇ ਤੋਂ ਜਾਣਾ ਠੀਕ ਨਹੀਂ ਹੈ। ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਜਾਣ ਵਾਲੀ ਉਸ ਵਾਰਤਾ ਨੂੰ ਵੀ ਵਿਚਾਰਦੇ ਸਨ, ਜਦ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਜੀ ਨੂੰ ਲਾਹੌਰ ਸਹਾਰੀ ਮੱਲ ਦੇ ਲੜਕੇ ਦੀ ਸ਼ਾਦੀ ਉੱਤੇ ਭੇਜ ਕੇ ਹੁਕਮ ਕੀਤਾ ਸੀ ਕਿ ਸਾਡੇ ਬੁਲਾਏ ਤੋਂ ਬਿਨਾਂ ਤੁਸੀਂ ਲਾਹੌਰ ਤੋਂ ਨਹੀਂ ਆਉਣਾ ਹੋਵੇਗਾ। ਇਸ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਭਾਵੇਂ 2 ਸਾਲ ਲਾਹੌਰ ਹੀ ਰਹਿਣਾ ਪਿਆ, ਪਰ ਉਹਨਾਂ ਨੇ ਪਿਤਾ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਸੀ ਕੀਤੀ, ਜਿਸ ਦਾ ਫਲ ਇਹ ਹੋਇਆ ਕਿ ਆਪ ਜੀ ਦੇ ਵੱਡੇ ਭਾਈ ਪ੍ਰਿਥੀ ਚੰਦ ਦੀ ਸਖਤ ਵਿਰੋਧਤਾ ਦੇ ਹੁੰਦਿਆਂ ਹੋਇਆਂ ਵੀ ਪਿਤਾ ਜੀ ਨੇ ਇਹਨਾਂ ਦੇ ਆਗਿਆ ਪਾਲਣ ਤੇ ਪ੍ਰਸੰਨ ਹੋ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਸੋ ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ ਸਪੁੱਤਰਾਂ ਦਾ ਇੱਕ ਸ੍ਰੇਸ਼ਟ ਗੁਣ ਹੁੰਦਾ ਹੈ, ਜਿਸ ਦੇ ਮਿੱਠੇ ਫਲ ਦੀ ਪ੍ਰਾਪਤੀ ਪਿੱਛੋਂ ਹੁੰਦੀ ਹੈ। ਇਉਂ ਗੱਲਾਂ ਕਰਕੇ ਮਾਤਾ ਜੀ ਸਾਹਿਬਜ਼ਾਦੇ ਨੂੰ ਪੰਜਾਬ ਤੋਂ ਹੁਕਮ ਆਉਣ ਤੱਕ ਪਟਨੇ ਠਹਿਰਨ ਦੀ ਪ੍ਰੇਰਨਾ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਪੰਜਾਬ ਜਾਣ ਦੀਆਂ ਗੱਲਾਂ ਬਾਤਾਂ ਘਰ ਵਿੱਚ ਹੁੰਦੀਆਂ ਰਹਿੰਦੀਆਂ ਸਨ। ਇੱਕ ਦਿਨ ਪੰਜਾਬ ਤੋਂ ਇੱਕ ਸਿੱਖ ਚਿੱਠੀ ਲੈ ਕੇ ਆ ਗਿਆ। ਚਿੱਠੀ ਵਿੱਚ ਆਪਣੀ ਸੁੱਖ ਕੁਸ਼ਲਤਾ ਲਿਖਣ ਉਪਰੰਤ ਸ੍ਰੀ ਸਤਿਗੁਰੂ ਜੀ ਨੇ ਲਿਖਿਆ ਕਿ ਆਪਣੇ ਨਾਲੇ ਕੁਝ ਸਿੱਖ ਸੇਵਾਦਾਰ ਰਾਖੀ ਦੇ ਤੌਰ ਤੇ ਸ਼ੀਘਰ ਹੀ ਪੰਜਾਬ ਨੂੰ ਆ ਜਾਣ। ਰਾਸਤੇ ਵਿੱਚ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਮਨੋਰਥ ਪੂਰਨ ਕਰਦੇ ਹੋਏ ਆਰਾਮ ਨਾਲ ਹੌਲੀ-ਹੌਲੀ ਪੜ੍ਹਾਈ ਚਲੇ ਆਓ। ਇਹ ਚਿੱਠੀ ਪੜ੍ਹ ਕੇ ਸਾਹਿਬਜ਼ਾਦਾ ਜੀ ਅਤੇ ਹੋਰ ਸਾਰਾ ਪਰਿਵਾਰ ਬੜੇ ਪ੍ਰਸੰਨ ਹੋਏ ਅਤੇ ਪੰਜਾਬ ਜਾਣ ਵਾਸਤੇ ਤਿਆਰੀ ਕਰਨੀ ਆਰੰਭ ਕਰ ਦਿੱਤੀ। ਸਮਾਨ ਵਾਸਤੇ ਗੱਡੇ ਅਤੇ ਮਾਤਾ ਸਾਹਿਬਾਂ ਤੇ ਸਾਹਿਬਜ਼ਾਦੇ ਵਾਸਤੇ ਪਾਲਕੀਆਂ ਦਾ ਪ੍ਰਬੰਧ ਹੋਣ ਲੱਗ ਪਿਆ। ਤੁਰਨ ਸਮੇਂ ਪਟਨੇ ਦੀਆਂ ਸੰਗਤਾਂ ਦੀ ਪ੍ਰੇਮ ਭਾਵਨਾ ਵੇਖ ਕੇ ਆਪ ਜੀ ਨੇ ਆਪਣੀ ਨਿਸ਼ਾਨੀ ਵਜੋਂ ਉਹਨਾਂ ਨੂੰ ਆਪਣਾ ਬਚਪਨ ਦਾ ਇੱਕ ਪੰਘੂੜਾ, ਜਿਸ ਉੱਤੇ ਆਪ ਜੀ ਬਿਰਾਜਦੇ ਹੁੰਦੇ ਸਨ, 4 ਤੀਰ, ਇੱਕ ਛੋਟੀ ਤਲਵਾਰ, ਇੱਕ ਛੋਟਾ ਖੰਡਾ, ਇੱਕ ਛੋਟੀ ਕਟਾਰ, ਇੱਕ ਕੰਘਾ ਤੇ ਖੜਾਵਾਂ
ਚੰਦਨ ਦੀਆਂ ਦਿੱਤੀਆਂ ਤੇ ਬਚਨ ਕੀਤਾ ਕਿ ਜਿਹੜਾ ਕੋਈ ਇਹਨਾਂ ਤੇ ਸ਼ਰਧਾ ਧਾਰ ਕੇ ਕੋਈ ਕਾਮਨਾ ਕਰੇਗਾ ਉਸ ਦੀ ਕਾਮਨਾ ਪੂਰੀ ਹੋਵੇਗੀ। ਇਹ ਆਪ ਜੀ ਦੀਆਂ ਯਾਦਗਾਰਾਂ ਆਪ ਜੀ ਦੇ ਜਨਮ ਸਥਾਨ ਹਰਿਮੰਦਰ ਸਾਹਿਬ ਪਟਨੇ ਸਾਹਿਬ ਗੁਰਦੁਆਰੇ ਵਿੱਚ ਸੁਭਾਏਮਾਨ ਹਨ। ਪਟਨੇ ਤੋਂ ਪੂਰੀ ਤਿਆਰੀ ਨਾਲ ਮਾਲ ਸਮਾਨ ਸਹਿਤ ਨਿੱਕੇ ਨਿੱਕੇ ਪੜਾਅ ਕਰਕੇ ਗੁਰੂ ਜੀ ਨੇ ਪਹਿਲਾਂ ਵੱਡਾ ਪੜਾਓ ਦੂਏ ਦਿਨ ਕਾਂਸ਼ੀਆਣ ਕੀਤਾ। ਇਸ ਸਥਾਨ ਪਰ ਪੰਜਾਬ ਤੋਂ ਆਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਕੁਝ ਸਮਾਂ ਠਹਿਰੇ ਸਨ। ਇਸ ਸਥਾਨ ਤੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੰਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਤੇ 10ਵੇਂ ਗੁਰੂ ਜੀ ਦਾ ਪੈਰਾਂ ਦਾ ਜੋੜਾ ਇੱਥੇ ਸੰਗਤਾਂ ਦੇ ਦਰਸ਼ਨ ਵਾਸਤੇ ਸਨਮਾਨ ਨਾਲ ਰੱਖੇ ਹੋਏ ਹਨ। ਪੋਹ ਸੁਦੀ ਸੱਤਵੀਂ ਨੂੰ ਇੱਥੇ ਜੋੜ ਮੇਲਾ ਲੱਗਦਾ ਹੈ। ਗੁਰੂ ਜੀ ਦੇ ਸ਼ਰਧਾਵਾਨ ਸਿੱਖ ਸੇਵਕਾਂ ਨੇ ਇੱਥੇ ਆਪ ਜੀ ਦਾ ਬਹੁਤ ਸਨਮਾਨ ਕਰਕੇ ਧਨ ਆਦਿਕ ਨਾਲ ਬਹੁਤ ਸੇਵਾ ਕੀਤੀ। ਕੁਝ ਦਿਨ ਕਾਂਸ਼ੀ ਦੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਕਰਕੇ ਆਪ ਜੀ ਪ੍ਰਾਗਰਾਜ ਆਦਿ ਤੀਰਥਾਂ ਤੋਂ ਹੁੰਦੇ ਹੋਏ ਰਾਸਤੇ ਵਿੱਚ ਨਿੱਕੇ ਨਿੱਕੇ ਪੜਾਅ ਕਰਕੇ ਸ਼੍ਰੀ ਰਾਮਚੰਦਰ ਜੀ ਦੀ ਨਗਰੀ ਅਯੁੱਧਿਆ ਪਹੁੰਚ ਗਏ। ਸਾਹਿਬਜ਼ਾਦੇ ਜੀ ਦਾ ਆਉਣਾ ਸੁਣ ਕੇ ਸਿੱਖ ਸੰਗਤਾਂ ਹੁਮ ਹੁਮਾ ਕੇ ਦਰਸ਼ਨ ਕਰਨ ਵਾਸਤੇ ਆਈਆਂ। ਅਨੇਕ ਪ੍ਰਕਾਰ ਦੇ ਕੱਪੜੇ ਤੇ ਗਹਿਣੇ ਮਾਤਾ ਸਾਹਿਬਾਂ ਤੇ ਸਾਹਿਬਜ਼ਾਦੇ ਜੀ ਨੂੰ ਭੇਟਾਂ ਕੀਤੇ। ਬੜੇ ਪ੍ਰੇਮ ਤੇ ਸ਼ਰਧਾ ਨਾਲ ਹਰ ਪ੍ਰਕਾਰ ਦੇ ਰਹਿਣ ਸਹਿਣ ਦੀ ਸੇਵਾ ਕਰਕੇ ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਇੱਥੇ ਬਾਂਦਰ ਬਹੁਤ ਹੁੰਦੇ ਹਨ। ਇੱਕ ਦਿਨ ਆਪ ਜੀ ਨੇ ਛੋਲੇ ਅਤੇ ਗੁੜ ਬਾਂਦਰਾਂ ਨੂੰ ਪਾ ਕੇ ਉਹਨਾਂ ਦੀ ਲੜਾਈ ਵੇਖੀ। ਛੋਲੇ ਤੇ ਗੁੜ ਖੋਹਣ ਵਾਸਤੇ ਬਾਂਦਰ ਇੱਕ ਦੂਜੇ ਨਾਲ ਲੜਦੇ ਅਤੇ ਚੀਕਾਂ ਮਾਰਦੇ। ਆਪ ਜੀ ਉਹਨਾਂ ਨੂੰ ਲੜਦੇ ਵੇਖ ਕੇ ਬੜੀ ਪ੍ਰਸੰਨਤਾ ਨਾਲ ਉਹਨਾਂ ਨੂੰ ਗੁੜ ਛੋਲੇ ਪਾਉਂਦੇ। 2-3 ਦਿਨ ਇੱਥੇ ਵਿਸ਼ਰਾਮ ਕਰਕੇ ਸਾਰਾ ਪਰਿਵਾਰ ਹਰਿਦੁਆਰ ਮਾਇਆਪੁਰੀ ਆ ਗਿਆ। ਇੱਥੋਂ ਸ਼ਰਧਾਲੂਆਂ ਨੂੰ ਦਰਸ਼ਨ ਦੀਦਾਰ ਦੇ ਕੇ ਸਹਾਰਨਪੁਰ ਤੋਂ ਜਮਨਾ ਨਦੀ ਨੂੰ ਪਾਰ ਕਰਕੇ ਅੰਬਾਲੇ ਲਾਗੇ ਲਖਨੌਰ ਪਿੰਡ ਆਪਣੇ ਇੱਕ ਸਿੱਖ ਭਾਈ ਜੇਠਾ ਜੀ ਪਾਸ ਆ ਠਹਿਰੇ। ਇਹ ਪਿੰਡ ਅੰਬਾਲਾ ਚੌਣੀ ਤੋਂ ਪੱਛਮ ਦਿਸ਼ਾ ਵੱਲ ਥੋੜੀ ਹੀ ਦੂਰੀ ਤੇ ਸਥਿਤ ਹੈ। ਲਖਨੌਰ ਵਿੱਚ ਇਸ ਯਾਦ ਵਿੱਚ 2 ਪਲੰਗ, ਇੱਕ ਮਾਤਾ ਗੁਜਰੀ ਜੀ ਅਤੇ ਇੱਕ ਦਸ਼ਮੇਸ਼ ਜੀ ਦੇ ਭਾਈ ਜੇਠੇ ਦੇ ਘਰ ਜੋ ਹੁਣ ਇੱਕ ਸੁੰਦਰ ਗੁਰਦੁਆਰਾ ਹੈ ਉੱਥੇ ਰੱਖੇ ਹੋਏ ਹਨ, ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਲਖਨੌਰ ਦੇ ਖੂਹਾਂ ਦਾ ਪਾਣੀ ਖਾਰਾ ਹੋਣ ਕਰਕੇ ਸਾਹਿਬਜ਼ਾਦੇ ਨੂੰ ਚੰਗਾ ਨਹੀਂ ਸੀ ਲੱਗਦਾ। ਇਸ ਕਰਕੇ ਆਪ ਜੀ ਪਿੰਡ ਨਨੇੜੀ ਘੋਗੇ ਮਸੰਦ ਪਾਸ ਆਪਣਾ ਨਿਵਾਸ ਕਰਨਾ ਚਾਹੁੰਦੇ ਸਨ, ਪਰ ਭਾਈ ਜੇਠਾ ਧੀ ਅਤੇ ਹੋਰ ਪਿੰਡ ਦੇ ਦੂਸਰੇ ਵਾਸੀਆਂ ਦੀ ਬੇਨਤੀ ਪ੍ਰਵਾਨ ਕਰਕੇ ਮਾਤਾ ਨਾਨਕੀ ਜੀ ਨੇ ਇੱਕ ਦੱਬਿਆ ਹੋਇਆ ਪੁਰਾਣਾ ਖੂਹ ਪਟਵਾ ਕੇ ਉਸ ਨੂੰ ਸਾਫ਼ ਕਰਾਇਆ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਨਾਨਕ ਜੀ ਦੇ ਅੱਗੇ ਅਰਦਾਸਾਂ ਕਰਾਈਆਂ ਕਿ ਗੁਰੂ ਸਾਹਿਬ ਜੀ ਇਹ ਖੂਹ ਦਾ ਪਾਣੀ ਮਿੱਠਾ ਕਰ ਦਿਓ। ਫਿਰ ਸਭ ਤੋਂ ਪਹਿਲਾਂ ਪਾਣੀ ਕੱਢ ਕੇ ਸਾਹਿਬਜ਼ਾਦੇ ਨੂੰ ਪਿਆ ਕੇ ਉਪਰੰਤ ਸਭ ਸੰਗਤਾਂ ਨੇ ਪੀਤਾ। ਜਦ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ ਤਾਂ ਸਭ ਲੋਕਾਂ ਨੇ, ਸਿੱਖ ਸੇਵਕਾਂ ਨੇ ਸਾਹਿਬਜ਼ਾਦੇ ਨੂੰ ਅਨੇਕਾਂ ਪ੍ਰਕਾਰ ਦੀਆਂ ਸੁਗਾਤਾਂ ਦਿੱਤੀਆਂ ਅਤੇ ਆਖਿਆ ਕਿ ਇਹ ਖੂਹ ਦਾ ਪਾਣੀ ਇਹਨਾਂ ਦੀ ਕਿਰਪਾ ਨਾਲ ਹੀ ਮਿੱਠਾ ਹੋਇਆ ਹੈ। ਅਜੇ ਤੱਕ ਇਹ ਮਿੱਠੇ ਪਾਣੀ ਦਾ ਖੂਹ ਗੁਰੂ ਕਾ ਖੂਹ ਕਰਕੇ ਪ੍ਰਸਿੱਧ ਹੈ। ਇੱਥੋਂ ਲਖਨੌਰ ਤੋਂ ਪਿੰਡ ਠਸਕਾ ਨੇੜੇ ਹੀ ਸੀ। ਠਸਕੇ ਸੈਯਦ ਭੀਖਣ ਸ਼ਾਹ ਰਹਿੰਦਾ ਸੀ, ਜੋ ਪਹਿਲਾਂ ਪਟਨੇ ਜਾ ਕੇ ਆਪ ਜੀ ਦੇ ਦਰਸ਼ਨ ਕਰ ਆਇਆ ਸੀ। ਹੁਣ ਇਹ ਬਾਹਰ ਆਪਣੇ ਮੁਰੀਦਾਂ ਵੱਲ ਆ ਗਿਆ ਹੋਇਆ ਸੀ। ਜਦ ਇਸ ਨੂੰ ਪਿੰਡ ਆਣ ਕੇ ਪਤਾ ਲੱਗਾ ਕਿ ਪੀਰਾਂ ਦੇ ਪੀਰ ਲਖਨੌਰ ਆਏ ਹੋਏ ਹਨ, ਇਹ ਵੀ ਇੱਕ ਹੋਰ ਪੀਰ ਨਾਲ ਆਪ ਜੀ ਦੇ ਦਰਸ਼ਨ ਕਰਨ ਆਇਆ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਉਸ ਸਮੇਂ ਬਾਲਕਾਂ ਨਾਲ ਖਿੱਦੋ ਖੁੰਡੀ ਖੇਡ ਰਹੇ ਸਨ। ਸੈਯਦ ਜੀ ਨੇ ਆਪ ਜੀ ਦੇ ਪਾਸ ਆਣ ਕੇ ਹੱਥ ਜੋੜ ਕੇ ਸਜਦਾ ਕੀਤਾ ਅਤੇ ਕਿਹਾ ਕਿ ਮੇਰੇ ਧੰਨ ਭਾਗ ਹਨ ਜੋ ਮੈਂ ਅੱਜ ਆਪ ਜੀ ਦੇ ਦੁਬਾਰਾ ਦਰਸ਼ਨ ਕਰ ਰਿਹਾ ਹਾਂ। ਰਾਸਤੇ ਵਿੱਚ ਭੀਖਣ ਸ਼ਾਹ ਦੇ ਸਾਥੀ ਪੀਰ ਮੀਰਦੀਨ ਨੇ ਪੁੱਛਿਆ, ਪੀਰ ਜੀ ਤੁਸੀਂ ਇਹ ਅਣਹੋਣੀ ਗੱਲ ਕਿਉਂ ਕੀਤੀ? ਤੁਸੀਂ ਮੰਨੇ ਪਰਮੰਨੇ ਪੀਰ, ਉਮਰ ਵਿੱਚ ਵੱਡੇ ਹੋ ਕੇ ਫੇਰ ਤੁਸੀਂ ਉਸ ਹਿੰਦੂ ਬਾਲਕ ਦੇ ਅੱਗੇ ਸਜਦਾ ਕੀਤਾ ਹੈ ਅਤੇ ਹੱਥ ਜੋੜ ਕੇ ਉਸ ਦੇ ਪੈਰਾਂ ਉੱਤੇ ਸਿਰ ਨਵਾਇਆ ਹੈ, ਇਹ ਕੀ ਕਾਰਨ ਹੈ? ਭੀਖਣ ਸ਼ਾਹ ਨੇ ਉੱਤਰ ਦਿੱਤਾ, ਪੀਰ ਜੀ ਤੁਸੀਂ ਇਸ ਭੇਦ ਨੂੰ ਨਹੀਂ ਜਾਣਦੇ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਹੁੰਦਾ ਹੈ ਉਹੀ ਦਰਗਾਹ ਵਿੱਚ ਵੱਡਾ ਹੁੰਦਾ ਹੈ। ਜਦ ਹੋਰ ਸਾਰੇ ਪੀਰ ਦਰਗਾਹ ਵਿੱਚ ਜਾਂਦੇ ਹਨ ਤਾਂ ਇਹ ਗੁਰੂ ਨਾਨਕ ਦੀ ਗੱਦੀ ਵਾਲੇ ਅੱਗੇ ਦਰਗਾਹ ਦੇ ਦਰਵਾਜ਼ੇ ਵਿੱਚ ਖੜੇ ਹੁੰਦੇ ਹਨ ਅਤੇ ਉੱਚੇ ਸਥਾਨ 'ਤੇ ਖੜੇ ਹੋ ਕੇ ਸਭ ਨੂੰ ਆਪਣਾ ਦਰਸ਼ਨ ਦਿੰਦੇ ਹਨ। ਜਿਸ ਨੂੰ ਜੋ ਇਹ ਕਹਿਣ ਉਹੀ ਪੂਰਾ ਹੁੰਦਾ ਹੈ ਅਤੇ ਜੋ ਕੁਝ ਇਹਨਾਂ ਤੋਂ ਕੋਈ ਕੁਝ ਮੰਗੇ ਉਹੀ ਪੂਰਾ ਕਰ ਦਿੰਦੇ ਹਨ। ਕਿਸੇ ਨੇ ਖੁਦਾ ਨਹੀਂ ਵੇਖਿਆ ਕਿ ਕਿੱਥੇ ਹੈ, ਕਿਸੇ ਨੂੰ ਪਤਾ ਨਹੀਂ ਕਿ ਇਹੀ ਖੁਦਾ ਦਾ ਰੂਪ ਹਨ ਜਾਂ ਕੋਈ ਹੋਰ ਹੈ। ਇਹਨਾਂ ਜੋ ਹੁਣ ਇਹ ਜਨਮ ਧਾਰਨ ਕੀਤਾ ਹੈ, ਮੈਂ ਇਹਨਾਂ ਨੂੰ ਪਟਨੇ ਜਾ ਕੇ ਵੇਖਿਆ ਸੀ ਅਤੇ ਪਰਖਣਾ ਕੀਤੀ ਸੀ ਕਿ ਹਿੰਦੂ ਮੁਸਲਮਾਨ ਦੋਵੇਂ ਮਜ਼ਹਬ
ਜਗਤ ਵਿੱਚ ਰਹਿਣਗੇ ਜਾਂ ਇੱਕ, ਤਾਂ ਇਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਦੋਵੇਂ ਰਹਿਣਗੇ। ਇਹ ਵੱਡੇ ਹੋ ਕੇ ਤੁਰਕਾਂ ਦੇ ਤੇਜ ਨੂੰ ਨਾਸ਼ ਕਰਨਗੇ। ਮੈਂ ਇਸ ਵਾਸਤੇ ਇਹਨਾਂ ਪਾਸ ਆਪਣਾ ਟੁਕੜਾ ਬਖਸ਼ਾਉਣ ਗਿਆ ਸੀ। ਇਹਨਾਂ ਨੇ ਕਿਰਪਾ ਕਰਕੇ ਬਖਸ਼ ਦਿੱਤਾ ਹੈ। ਇਹ ਬਿਰਤਾਂਤ ਪੀਰ ਮੀਰ ਦੀਨ ਨੂੰ ਸਾਈਂ ਜੀ ਨੇ ਬੜੀ ਖੁਸ਼ੀ ਨਾਲ ਸੁਣਾਇਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਤਨੇ ਰਾਜ ਰੌਲਿਆਂ ਵਿੱਚ ਕਿਸੇ ਸਿੱਖ ਰਜਵਾੜੇ ਨੇ ਠਸਕੇ ਪਿੰਡ ਨੂੰ ਨਹੀਂ ਛੇੜਿਆ ਤੇ ਭੀਖਣ ਸ਼ਾਹ ਦੇ ਚੇਲੇ ਸਹੀ ਸਲਾਮਤ ਉੱਥੇ ਸਭ ਆਨੰਦ ਨਾਲ ਰਹਿੰਦੇ ਅਤੇ ਆਏ ਗਏ ਦੀ ਲੰਗਰ ਨਾਲ ਸੇਵਾ ਕਰਦੇ ਰਹਿੰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਸਦਾ ਅਟਲ ਹਨ। ਦੋਹਾਂ ਲੋਕਾਂ ਦੇ ਵਿਘਨ ਦੂਰ ਕਰਨ ਵਾਸਤੇ ਉਹਨਾਂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।